हाँ जी राजे, BA पार्ट 3 मैथमैटिक्स के स्टूडेंट्स ਅਤੇ BSc 3 नॉन मैडिकल ਆਪਾਂ ਨੇ मैथमैटिकल मैथड ਦੀ ਬੁੱਕ ਸਟਾਰਟ ਕੀਤੀ ਹੋਈ ਆ, ਜਿਹਦੇ ਵਿੱਚ ਆਪਾਂ ਬੀਟਾ ਐਂਡ ਗਾਮਾ ਫੰਕਸ਼ਨ ਦਾ ਟੌਪਿਕ ਕਰ ਰਹੇ ਸੀ। ਬੀਟਾ ਫੰਕਸ਼ਨ ਦਾ ਟੌਪਿਕ ਕੰਪਲੀਟ ਹੋ ਗਿਆ ਸੀ। ਆਪਾਂ ਗਾਮਾ ਫੰਕਸ਼ਨ ਦੇ ਉੱਪਰ ਇੱਕ ਲੈਕਚਰ ਲਗਾਇਆ ਸੀ, ਥੋੜਾ ਜਿਹਾ ਰਿਵਾਈਜ਼ ਕਰਦੇ ਹਾਂ, ਉਸ ਤੋਂ ਬਾਅਦ ਅੱਜ ਦਾ ਕੰਮ ਕਰਦੇ ਹਾਂ। ਗਾਮਾ ਫੰਕਸ਼ਨ ਦੇ ਵਿੱਚ ਕੀ ਹੁੰਦਾ ਸੀ, ਗਾਮਾ ਫੰਕਸ਼ਨ ਨੂੰ ਇਸ ਤਰੀਕੇ ਨਾਲ ਰਾਈਟ ਆਊਟ ਕਰਦੇ ਆ, n ਦੇ ਉੱਪਰ 0 ਤੋਂ ਇਨਫਿਨਿਟੀ ਤੱਕ x ਦੀਆਂ ਲਿਮਿਟਸ ਨੇ, e ਦੀ ਪਾਵਰ ਚ ਮਾਈਨਸ x ਹੈ ਅਤੇ x ਦੀ ਪਾਵਰ ਚ ਜਿੰਨਾ ਗਾਮਾ ਉਹਦੇ ਨਾਲੋਂ ਇੱਕ ਲੈਸ ਹੈ n-1 ਆ e ਦੀ ਪਾਵਰ ਦੇ ਵਿੱਚ ਮਾਈਨਸ ਦਾ ਜਿਹੜਾ x ਇਹ ਵੀ ਅਤੇ ਆ x ਵੀ ਹਮੇਸ਼ਾ ਸਿੰਗਲ ਵੇਰੀਏਬਲ ਆ, ਬਿਨਾਂ ਕਿਸੇ ਮਲਟੀਪਲੀਕੇਸ਼ਨ ਤੋਂ, ਡਿਵੀਜ਼ਨ ਤੋਂ, ਐਡੀਸ਼ਨ ਤੋਂ, ਸਬਟ੍ਰੈਕਸ਼ਨ ਤੋਂ। ਜੇ ਕੁਝ ਹੋਰ ਹੈਗਾ ਵੀ ਆ ਤਾਂ ਸੂਟੇਬਲ ਟਰਾਂਸਫੋਰਮੇਸ਼ਨ ਮੰਨ ਕੇ ਇਹਨੂੰ ਸਿੰਗਲ ਵੇਰੀਏਬਲ ਚ ਕਨਵਰਟ ਕਰਨਾ ਹੁੰਦਾ। ਫਿਰ ਆਪਾਂ ਨੇ ਇਹਦੇ ਨਾਲ ਦੀਆਂ ਡੈਫੀਨੇਸ਼ਨ ਐਗਜ਼ਾਮਪਲਸ ਕੀਤੀਆਂ ਸੀ। ਪਹਿਲੀ ਪ੍ਰੋਪਰਟੀ ਕੀਤੀ ਸੀਗੀ ਆਪਾਂ ਨੇ, ਪਹਿਲੀ ਪ੍ਰੋਪਰਟੀ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਕਿ ਗਾਮਾ n ਆ ਜਿਹੜਾ ਇਹ n-1 ਇੰਟੂ ਗਾਮਾ n-1 ਦੇ ਵਿੱਚ ਹੀ ਆ ਜਾਂਦਾ। ਇਸ ਤੋਂ ਬਾਅਦ ਆਪਾਂ ਨੇ ਇਹਦੀ ਦੂਜੀ ਪ੍ਰੋਪਰਟੀ ਕੀਤੀ ਸੀਗੀ। ਦੂਸਰੀ ਪ੍ਰੋਪਰਟੀ ਦੇ ਵਿੱਚ ਸੀਗਾ ਕਿ ਗਾਮਾ n ਆ ਜਿਹੜਾ ਇਹ ਕਿਹਦੇ ਬਰਾਬਰ ਬਚਦਾ, n-1 ਫੈਕਟੋਰੀਅਲ ਦੇ ਬਰਾਬਰ ਬਚਦਾ। ਇੱਥੇ ਵੇਅਰ n ਇਜ਼ ਨॉट ਇੰਟੀਜਰ ਹੈ, ਇੱਥੇ ਵੇਅਰ n ਇਜ਼ ਇੰਟੀਜਰ ਹੈ। ਇੰਟੀਜਰ ਤਾਂ ਸਮਝਦੇ ਹੋ ਨਾ, ਨॉन ਫ੍ਰੈਕਸ਼ਨਲ ਪਾਰਟ ਬਿਨਾ ਡੈਸੀਮਲ ਤੋਂ, -1 -2 -3 ਅਪ ਟੂ 0 1 2 3 ਅਪ ਟੂ 1 ਇੰਟੀਜਰ ਹੈ। ਜਦੋਂ ਇੰਟੀਜਰ ਹੈ ਤਾਂ ਆਪਾਂ ਆਹ ਵਾਲੀ ਡੈਫੀਨੇਸ਼ਨ ਯੂਜ਼ ਕਰਦੇ ਹਾਂ, ਗਾਮਾ n = n-1 ਫੈਕਟੋਰੀਅਲ। ਜਦੋਂ ਨॉन ਇੰਟੀਜਰ ਆ ਆਹ ਵਾਲੀ ਯੂਜ਼ ਕਰਦੇ ਹਾਂ। ਇਸ ਤੋਂ ਬਾਅਦ ਆਪਾਂ ਨੇ ਗੱਲ ਕੀਤੀ ਸੀਗੀ ਕਿ ਗਾਮਾ 1/2 ਆ ਜਿਹੜਾ ਇਹ √π ਦੇ ਬਰਾਬਰ ਬਚਦਾ। ਇਹ ਕਾਫੀ ਇੰਪੋਰਟੈਂਟ ਕਰੋਲਰੀ ਸੀ, ਕੱਲ ਆਪਾਂ ਨੇ ਲਾਸਟ ਤੇ ਗੱਲ ਕੀਤੀ ਸੀ ਇਹਦੇ ਬਾਰੇ। ਇਹ ਆਪਣਾ ਪ੍ਰੀਵੀਅਸ ਲੈਕਚਰ ਸੀਗਾ। ਇੱਕ ਸੀਗਾ ਰਿਲੇਸ਼ਨ ਬਿਟਵੀਨ ਬੀਟਾ ਐਂਡ ਗਾਮਾ ਫੰਕਸ਼ਨ, ਕਿ ਗਾਮਾ m ਗਾਮਾ n ਓਵਰ ਗਾਮਾ ਦੇ ਵਿੱਚ m+n ਇਹ ਕਿਹਦੇ ਬਰਾਬਰ ਬਚਦਾ, ਬੀਟਾ mn ਦੇ ਬਰਾਬਰ ਬਚਦਾ। ਇਹ ਵੀ ਆਪਣਾ ਕੱਲ ਦੇ ਦਿਨ ਦੇ ਲੈਕਚਰ ਦਾ ਹੀ ਕੰਮ ਸੀਗਾ। ਕੱਲ ਆਪਾਂ ਨੇ ਇਹ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਸੀ। ਇੱਥੇ ਰਿਲੇਸ਼ਨ ਬਿਟਵੀਨ ਬੀਟਾ ਐਂਡ ਗਾਮਾ ਫੰਕਸ਼ਨ ਕਾਫੀ ਇੰਪੋਰਟੈਂਟ ਆ, ਪੇਪਰਾਂ ਦੇ ਵਿੱਚ ਬਹੁਤ ਵਾਰੀ ਬਾਈ ਨੇਮ ਆਇਆ ਹੋਇਆ ਹੈ। ਉਸ ਤੋਂ ਬਾਅਦ ਆਹ ਕਰੋਲਰੀ ਕੀਤੀ ਸੀ ਲਾਸਟ ਤੇ ਆਪਾਂ ਨੇ ਕਿ ਗਾਮਾ 1/2 ਆ ਜਿਹੜਾ √π ਦੇ ਇਕੁਅਲ ਬਚਦਾ ਹੈ। ਦੈਨ ਉਸ ਤੋਂ ਬਾਅਦ ਆਪਾਂ ਅੱਜ ਦਾ ਟੌਪਿਕ ਸਟਾਰਟ ਕਰਦੇ ਹਾਂ। ਇਵੈਲੂਏਟ ਕਰਨ ਨੂੰ ਕਿਹਾ ਗਿਆ ਆਰਟੀਕਲ ਦੇ ਵਿੱਚ ਕਿ 0 ਤੋਂ ਲੈ ਕੇ 90 ਤੱਕ x ਦੀਆਂ ਲਿਮਿਟਸ ਨੇ, ਸਾਈਨ ਦੀ ਪਾਵਰ p ਅਤੇ cos ਦੀ ਪਾਵਰ q ਆ। ਕਿਸੇ ਦੇ ਬਰਾਬਰ ਸ਼ੋਅ ਕਰਨ ਨੂੰ ਨਹੀਂ ਕਿਹਾ ਗਿਆ, ਇਵੈਲੂਏਟ ਕਰਨ ਨੂੰ ਕਿਹਾ ਗਿਆ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ 0 ਤੋਂ 90 ਤੱਕ ਸਾਈਨ ਦੀ ਪਾਵਰ p cos ਦੀ ਪਾਵਰ q ਆ, ਇਹਨੂੰ ਆਪਾਂ ਬੀਟਾ ਫੰਕਸ਼ਨ 'ਚ ਲੈ ਜਾਂਦੇ ਹਾਂ। ਬੀਟਾ ਫੰਕਸ਼ਨ ਦੇ ਵਿੱਚ ਇਹਦੀ ਕੀ ਡੈਫੀਨੇਸ਼ਨ ਸੀਗੀ ਕਿ 1/2 ਬੀਟਾ ਪਹਿਲੇ ਇੰਡੈਕਸ ਦੇ ਵਿੱਚ ਇੱਕ ਐਡ ਕਰਕੇ ਓਵਰ 2, ਦੂਜੇ ਇੰਡੈਕਸ ਦੇ ਵਿੱਚ ਇੱਕ ਐਡ ਕਰਕੇ ਓਵਰ 2। ਪਹਿਲਾਂ ਤਾਂ ਆਪਾਂ ਨੇ ਬੀਟਾ ਫੰਕਸ਼ਨ ਦੀ ਪ੍ਰੋਪਰਟੀ ਯੂਜ਼ ਕਰ ਲਈ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਾਂ ਰਿਲੇਸ਼ਨ ਬਿਟਵੀਨ ਬੀਟਾ ਐਂਡ ਗਾਮਾ ਫੰਕਸ਼ਨ ਲਗਾ ਲਿਆ। ਰਿਲੇਸ਼ਨ ਬਿਟਵੀਨ ਬੀਟਾ ਐਂਡ ਗਾਮਾ ਫੰਕਸ਼ਨ ਕਿ p+1/2 ਦਾ ਗਾਮਾ, q+1/2 ਦਾ ਗਾਮਾ, ਫਿਰ ਦੋਨਾਂ ਦੇ ਪਲੱਸ ਦਾ ਗਾਮਾ। ਰਿਲੇਸ਼ਨ ਬਿਟਵੀਨ ਬੀਟਾ ਐਂਡ ਗਾਮਾ ਫੰਕਸ਼ਨ ਲਗਾਇਆ ਹੈ। ਉਸ ਤੋਂ ਬਾਅਦ ਕੀ ਆ ਗਿਆ, ਇਹ ਬਣ ਗਿਆ p+q/2 ਦਾ ਗਾਮਾ, q+1/2 ਦਾ ਗਾਮਾ। ਆ ਕੀ ਬਣ ਗਿਆ, p+1 ਅਤੇ q+1, p+q+2/2 ਦਾ ਗਾਮਾ ਬਣ ਗਿਆ। ਇੱਥੇ ਤੱਕ ਛੱਡ ਦੋ ਭਾਵੇਂ, ਬਸ ਠੀਕ ਹੈ। ਉਸ ਤੋਂ ਬਾਅਦ ਬਹੁਤ 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 ਜ਼ਿਆਦਾ ਇੰਪੋਰਟੈਂਟ ਆ, ਜਿੰਨੀ ਵਾਰ ਤੁਸੀਂ ਵੈਰੀ ਵੈਰੀ ਕਹਿ ਸਕਦੇ ਹੋ ਓਨਾ ਇੰਪੋਰਟੈਂਟ ਆ ਡੁਪਲੀਕੇਸ਼ਨ ਫਾਰਮੂਲਾ। ਅੱਜ ਹੀ ਆਪਾਂ ਇਹ ਕੰਪਲੀਟ ਕਰਾਂਗੇ, ਇੱਥੇ ਹੀ ਲੈਕਚਰ ਸਟਾਪ ਕਰਾਂਗੇ। ਜੇ ਟਾਈਮ ਬਚਦਾ ਹੋਇਆ ਤਾਂ ਐਗਜ਼ਾਮਪਲਸ ਕਰਾਂਗੇ, ਅਦਰਵਾਈਜ਼ ਇੰਨੀਆਂ ਕਿ ਐਗਜ਼ਾਮਪਲਸ ਅੱਜ ਦੇ ਟੌਪਿਕ ਦੇ ਵਿੱਚ ਬਹੁਤ ਨੇ। ਬਹੁਤ ਇੰਪੋਰਟੈਂਟ ਹੈ ਡੁਪਲੀਕੇਸ਼ਨ ਫਾਰਮੂਲਾ, ਬਾਏ ਨੇਮ ਪੇਪਰਾਂ 'ਚ ਆਉਂਦਾ ਆ। ਰਿਲੇਸ਼ਨ ਬਿਟਵੀਨ ਬੀਟਾ ਐਂਡ ਗਾਮਾ ਫੰਕਸ਼ਨ, ਬੀਟਾ ਫੰਕਸ਼ਨ ਦੀਆਂ ਪ੍ਰੋਪਰਟੀਜ਼, ਗਾਮਾ ਫੰਕਸ਼ਨ ਦੀਆਂ ਪ੍ਰੋਪਰਟੀਜ਼, ਗਾਮਾ ਫੰਕਸ਼ਨ ਦੀਆਂ ਆਹ ਦੋ ਪ੍ਰੋਪਰਟੀਜ਼, ਠੀਕ ਹੈ। ਪਹਿਲੀ, ਦੂਜੀ, ਤੀਸਰੀ, ਚੌਥੀ ਤੇ ਪੰਜਵਾਂ ਹੋ ਗਿਆ ਡੁਪਲੀਕੇਸ਼ਨ ਫਾਰਮੂਲਾ। ਇਹ ਤੁਹਾਡੇ ਬੀਟਾ ਫੰਕਸ਼ਨ ਦੇ ਵਿੱਚੋਂ ਬਹੁਤ ਜ਼ਿਆਦਾ ਸਕੋਰਿੰਗ ਵਰਕ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਡੁਪਲੀਕੇਸ਼ਨ ਫਾਰਮੂਲਾ। ਡੁਪਲੀਕੇਸ਼ਨ ਫਾਰਮੂਲਾ ਦੇ ਵਿੱਚ ਕੀ ਚੀਜ਼ ਆ ਕਿ ਇੱਕ m ਹੈ, ਇੱਕ m ਦਾ ਗਾਮਾ, ਇੱਕ m+½ ਦਾ ਗਾਮਾ ਆ। ਇਕੁਅਲ ਟੂ ਕੀ ਆ, √π ਇੰਟੂ ਗਾਮਾ
2m नीचे 2 ਦੀ ਪਾਵਰ 2m ਮਾਈਨਸ 1 ਡੁਪਲੀਕੇਸ਼ਨ ਫਾਰਮੂਲਾ ਤਾਂ ਕਿਹਾ ਜਾਂਦਾ ਕਿ ਪਹਿਲੇ ਦੇ ਵਿੱਚ ਵੀ m ਹੈ ਦੁਬਾਰਾ ਫਿਰ ਉਹਦਾ ਡੁਪਲੀਕੇਟ ਦੂਜੇ ਦੇ ਵਿੱਚ ਵੀ m ਹੈ ਹਾਲਾਂਕਿ ਦੋ ਅਲੱਗ-ਅਲੱਗ ਹੁੰਦੇ ਆ m ਗਾਮਾ ਹੁੰਦਾ n ਗਾਮਾ ਹੁੰਦਾ ਇਹਦੇ ਵਿੱਚ ਦੋਨੋਂ ਵਾਰੀ ਆਪਣੇ ਕੋਲੇ ਕੀ ਆ m ਹੀ ਆ ਇੱਕ m ਦਾ ਡੁਪਲੀਕੇਟ ਦੁਬਾਰੇ ਫਿਰ m ਹੀ ਆ ਗਿਆ ਇਸ ਲਈ ਇਹਨੂੰ ਡੁਪਲੀਕੇਸ਼ਨ ਫਾਰਮੂਲਾ ਕੰਸੀਡਰ ਜਿਆ ਕੀਤਾ ਜਾਂਦਾ ਆ ਸੋ ਆਪਾਂ ਬਾय ਨੇਮ from the name of duplication formula take n as duplicate of m ਆਪਾਂ ਨੇ n ਦੀ ਬਜਾਏ ma ਮੰਨ ਲੈਣਾ we consider both numbers as m ਸਭ ਤੋਂ ਪਹਿਲਾਂ ਤਾਂ ਆਪਾਂ ਬੀਟਾ ਫੰਕਸ਼ਨ ਦੀ ਡੈਫੀਨੇਸ਼ਨ ਲਗਾਉਨੇ ਆ ਬੀਟਾ ਫੰਕਸ਼ਨ ਦੀ ਡੈਫੀਨੇਸ਼ਨ ਆ ਤਰ੍ਹਾਂ ਕਰਦਾ ਮੈਂ ਹੈ ਨਾ ਬੀਟਾ ਫੰਕਸ਼ਨ ਦੀ ਡੈਫੀਨੇਸ਼ਨ ਕੀ ਸੀਗੀ ਬੀਟਾ mm ਤੁਹਾਨੂੰ ਦੱਸਤਾ ਕਿ ਡੁਪਲੀਕੇਸ਼ਨ ਫਾਰਮੂਲੇ ਦੇ ਨੇਮ ਦੇ ਅਕੋਰਡਿੰਗ n ਨੂੰ ਵੀ ਆਪਾਂ ਨੇ m ਹੀ ਮੰਨ ਲੈਣਾ ਇਹਦੇ ਵਿੱਚ ਕੀ ਆ ਜਾਊਗਾ 0 ਤੋਂ 1 ਤੱਕ ਲਿਮਿਟਸ x ਦੀ ਪਾਵਰ ਚ ਪਹਿਲੇ ਇੰਡੈਕਸ ਨਾਲੋਂ ਇੱਕ ਲੈਸ 1 ਮਾਈਨਸ x ਦੀ ਪਾਵਰ ਚ ਦੂਜੇ ਇੰਡੈਕਸ ਨਾਲੋਂ ਇੱਕ ਲੈਸ ਟੂ ਸੋਲਵ ਦਾ ਇੰਟੀਗ੍ਰੇਸ਼ਨ ਆਫ ਰਾਈਟ ਹੈਂਡ ਸਾਈਡ ਯੂਜ਼ ਟ੍ਰਾਂਸਫਾਰਮੇਸ਼ਨ x ਇਜ਼ ਸਾਈਨ ਸਕੁਅਰ ਤਾਂ ਇੱਥੇ ਆਪਾਂ x ਦੀ ਜਗ੍ਹਾ ਤੇ ਸਾਈਨ ਸਕੁਅਰ ਪੁੱਟ ਕਰ ਲਾਂਗੇ ਸੌਖੇ ਢੰਗ ਨਾਲ ਸੋਲਵ ਕਰਨ ਦੇ ਲਈ ਸੋ x ਦੀ ਜਗ੍ਹਾ ਤੇ ਕੀ ਆ ਗਿਆ ਸਾਈਨ ਸਕੁਅਰ dx ਦੀ ਜਗ੍ਹਾ ਤੇ ਆ ਗਿਆ 2 sin θ cos θ d θ ਪੁਰਾਣੀ ਲੋਅਰ ਲਿਮਿਟ x ਦੀ 0 ਆ ਜਦੋਂ 0 ਆ ਤਾਂ sin 0 ਤੇ 0 ਹੀ ਹੁੰਦਾ ਥੀਟਾ ਦੀ ਨਵੀਂ ਲੋਅਰ ਲਿਮਿਟ 0 ਆ ਗਈ ਪੁਰਾਣੀ ਅਪਰ ਲਿਮਿਟ 1 ਆ sin 1 ਕਿੰਨੇ ਤੇ ਹੁੰਦਾ 90 ਤੇ ਤਾਂ ਥੀਟਾ ਦੀ ਅਪਰ ਲਿਮਿਟ ਨਵੀਂ ਕਿੰਨੀ ਆ ਗਈ 90 ਆ ਗਈ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਪੁੱਟ ਕਰਦੇ ਆ ਇਸ ਬੀਟਾ ਫੰਕਸ਼ਨ ਦੇ ਵਿੱਚ ਇਕੁਏਸ਼ਨ ਨੰਬਰ 1 ਦੇ ਵਿੱਚ ਸੋ ਇਕੁਏਸ਼ਨ ਨੰਬਰ 1 ਕੀ ਸੀ ਆਪਣੇ ਕੋਲੇ ਬੀਟਾ mm ਇਕੁਅਲ ਟੂ 0 ਤੋਂ 1 ਤੱਕ ਇਹ x ਦੀਆਂ ਲਿਮਿਟ ਸੀਗੀਆਂ x ਦੀ ਪਾਵਰ ਚ m-1 ਅਤੇ 1 x ਦੀ ਪਾਵਰ ਚ m-1 ਹੁਣ ਥੀਟਾ ਦੀਆਂ ਟਰਮ ਦੇ ਵਿੱਚ ਕੀ ਆ ਜਾਊਗਾ ਥੀਟਾ ਦੀਆਂ ਨਵੀਆਂ ਲਿਮਿਟਸ ਕੀ ਆ ਗਿਆ 0 ਤੋਂ 90 ਇਸ x ਦੀ ਜਗ੍ਹਾ ਤੇ ਕੀ ਆ ਗਿਆ ਸਾਈਨ ਸਕੁਅਰ ਆ 1 x ਦੀ ਜਗ੍ਹਾ ਤੇ ਕੀ ਆ ਗਿਆ ਸਾਈਨ ਸਕੁਅਰ ਬਾਅਦ ਚ ਇਹਨੇ ਬਣ ਜਾਣਾ cos ਸਕੁਅਰ ਹੁਣ ਆ ਅੰਦਰਲੀ ਪਾਵਰ ਬਾਹਰਲੀ ਪਾਵਰ ਨਾਲ ਮਲਟੀਪਲਾਈ ਹੋ ਕੇ 2m-2 ਬਣ ਗਈ ਆ cos ਸਕੁਅਰ ਦੀ ਪਾਵਰ ਕਿੰਨੀ ਆ ਗਈ 2m-2 ਇੱਕ ਸਾਈਨ ਦੀ ਪਾਵਰ ਆ ਸੀ ਇੱਕ ਸਾਈਨ ਦੀ ਪਾਵਰ 1 ਆ ਸੀ ਇੱਥੇ ਐਡ ਹੋ ਕੇ ਸਾਈਨ ਦੀ ਪਾਵਰ ਕਿੰਨੀ ਆ ਗਈ 2m-1 ਬਾਹਰ 2 ਪਿਆ 2m-1 ਆ ਗਈ ਇੱਕ cos ਦੀ ਪਾਵਰ ਆ ਸੀ ਇੱਕ cos ਦੀ ਪਾਵਰ 1 ਆ ਸੀ ਇਹ ਵੀ ਐਡ ਹੋ ਕੇ 2m-1 ਹੀ ਆ ਗਿਆ ਉਸ ਤੋਂ ਬਾਅਦ ਦੋਨਾਂ ਦੀ ਪਾਵਰ ਕਿੰਨੀ ਹੈ 2m-1 ਸੋ ਕੰਬਾਈਨ ਲਿਖ ਲਿਆ sin ਦੀ ਪਾਵਰ ਤੇ cos ਦੀ ਪਾਵਰ 2m-1 ਇਹਨੂੰ ਵੀ 2 ਤੇ ਮਲਟੀਪਲਾਈ ਕਰ ਲਿਆ 2 ਤੇ ਡਿਵਾਈਡ ਕਰ ਲਿਆ ਇਹ ਬਣ ਗਿਆ 2 sin θ cos θ 2 ਨੈਕਸਟ ਆ ਜਿਹੜਾ 2 sin θ cos θ ਬਚਿਆ ਸੀ ਇਹਦੀ ਜਗ੍ਹਾ ਤੇ ਆ ਗਿਆ sin 2θ ਧਿਆਨ ਦਿਓ ਪਿਛਲੇ ਸਟੈਪ ਤੇ ਆ ਜਿਹੜਾ ਸੀਗਾ 2 sin θ cos θ ਇਹਦੀ ਜਗ੍ਹਾ ਤੇ ਆ ਜਾਊਗਾ sin 2θ ਨੀਚੇ 2 ਦੀ ਪਾਵਰ ਕਿੰਨੀ ਆ ਗਈ 2m-1 ਉੱਪਰਲੇ ਦੀ ਵੀ ਪਾਵਰ 2m-1 ਆ ਅਤੇ ਨੀਚੇ ਵਾਲੀ ਦੀ ਪਾਵਰ ਵੀ ਕਿੰਨੀ ਆ ਗਈ 2m-1 ਹੁਣ ਆ ਜਿਹੜੀ 2m-1 ਇਹਨੂੰ ਬਾਹਰ ਲੈ ਜਾਂਦੇ ਆ 2 ਦੇ ਨੀਚੇ ਕਿੰਨਾ ਹੋ ਗਿਆ 2 ਦੀ ਪਾਵਰ 2m-1 0 ਤੋਂ 90 ਤੱਕ ਸਾਈਨ ਦੀਆਂ ਲਿਮਿਟਸ ਨੇਗੀਆਂ ਥੀਟਾ ਦੀਆਂ ਸੌਰੀ sin 2θ ਆ ਨਾਓ ਟੂ ਸੋਲਵ ਦਿਸ ਇੰਟੈਗਰਲ ਵੀ ਹੈਵ ਟੂ ਟ੍ਰਾਂਸਫਾਰਮੇਸ਼ਨ ਡੋਮੇਨ ਆਫ ਸਾਈਨ ਟ੍ਰਿਗਨੋਮੈਟ੍ਰਿਕ ਫੰਕਸ਼ਨ ਇਨ ਵਿਦਆਊਟ ਮਲਟੀਪਲੀਕੇਸ਼ਨ ਆ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਡੋਮੇਨ ਆ ਸਿੰਗਲ ਵੇਰੀਏਬਲ ਹੋਣੀ ਚਾਹੀਦੀ ਆ ਸੋ ਆ 2θ ਦੀ ਬਜਾਏ ਆਪਾਂ ਨੇ t ਪੁੱਟ ਕਰ ਲਿਆ ਤਾਂ ਕਿ ਉਹ ਸਿੰਗਲ ਵੇਰੀਏਬਲ 'ਚ ਕਨਵਰਟ ਹੋ ਜਾਵੇ ਇੱਥੋਂ ਆਪਣੇ ਕੋਲੇ 올ਡ ਵੇਰੀਏਬਲ ਹੈਗਾ ਥੀਟਾ ਨਿਊ ਵੇਰੀਏਬਲ ਹੈਗਾ t ਇਹ ਗੱਲਾਂ ਦੱਸਣੀਆਂ ਜ਼ਰੂਰੀ ਨੇ ਸਮਝਣ ਵੇਲੇ ਆਪਣੇ ਵੀ ਕਲੀਅਰਲੀ ਸਮਝ ਆਉਂਦੀਆਂ ਨੇ ਜਿਹੜਾ ਕੋਈ ਐਗਜ਼ਾਮੀਨਰ ਤੁਹਾਡਾ ਪੇਪਰ ਚੈੱਕ ਕਰ ਰਿਹਾ ਉਹਨੂੰ ਵੀ ਈਜ਼ੀਲੀ ਸਮਝ ਆ ਰਿਹਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ ਉਸ ਤੋਂ ਬਾਅਦ ਇੱਥੋਂ ਥੀਟਾ ਦੀ ਵੈਲਿਊ ਕੱਢ ਲਈ t/2 dθ ਕਿੰਨਾ ਆ ਗਿਆ dt/2 ਪੁਰਾਣੀ ਲੋਅਰ ਲਿਮਿਟ ਥੀਟਾ ਦੀ 0 ਆ ਇੱਥੇ ਪੁੱਟ ਕੀਤਾ t ਦੀ ਵੀ ਨਵੀਂ ਲੋਅਰ ਲਿਮਿਟ ਕਿੰਨੀ ਆ ਗਈ 0 ਹੀ ਆ ਗਈ ਪੁਰਾਣੀ ਅਪਰ ਲਿਮਿਟ ਕਿੰਨੀ ਆ ਥੀਟਾ ਦੀ ਪੁਰਾਣੀ ਅਪਰ ਲਿਮਿਟ ਸੀਗੀ 90 ਜਦੋਂ ਇੱਥੇ ਪੁੱਟ ਕੀਤਾ ਥੀਟਾ ਦੀ ਜਗ੍ਹਾ ਤੇ 90 ਤਾਂ 2 ਨਾਲ ਮਲਟੀਪਲਾਈ ਹੋ ਕੇ t ਦੀ ਨਵੀਂ ਅਪਰ ਲਿਮਿਟ ਕਿੰਨੀ ਆ ਗਈ ਬਈ ਪਾਈ t ਦੀ ਨਵੀਂ ਅਪਰ ਲਿਮਿਟ ਕਿੰਨੀ ਆ ਗਈ ਪਾਈ ਹੁਣ ਆਪਾਂ ਇਕੁਏਸ਼ਨ ਨੰਬਰ 2 ਵੱਲ ਵਾਪਸ ਜਾਂਦੇ ਹਾਂ ਇਕੁਏਸ਼ਨ ਨੰਬਰ 2 ਕੀ ਸੀ ਆਪਣੇ ਕੋਲੇ ਇੱਧਰ ਸੀਗਾ ਬੀਟਾ mm 2 ਦੇ ਨੀਚੇ 2 ਦੀ ਪਾਵਰ 2m-1 ਥੀਟਾ ਦੀਆਂ ਲਿਮਿਟ ਸੀਗੀਆਂ 0 ਤੋਂ 90 sin 2θ ਦੀ ਪਾਵਰ ਚ ਕਿੰਨਾ ਸੀ 2m-1 ਬਾਹਰਲਾ ਤਾਂ ਉਨਾ ਹੀ ਹੈ 2/2 ਦੀ ਪਾਵਰ m-1 t ਦੀਆਂ ਨਵੀਆਂ ਲਿਮਿਟਸ ਆ ਗਈਆਂ 0 ਤੋਂ ਲੈ ਕੇ ਪਾਈ ਤੱਕ sin t ਦੀ ਪਾਵਰ ਕਿੰਨੀ ਆ ਗਈ 2m-1 ਅਤੇ dθ ਦੀ ਜਗ੍ਹਾ ਤੇ ਕੀ ਆ ਗਿਆ dt/2 ਆ ਗਿਆ ਹੁਣ ਆ ਜਿਹੜਾ 2 ਆ ਇਹ ਬਾਹਰ ਚਲਾ ਜਾਊਗਾ 1/2 ਆ ਜਿਹੜਾ 2 ਪਿਆ ਸੀ ਉਹਦੇ ਨਾਲ ਇਹ ਕੈਂਸਲ ਹੋ ਗਿਆ
थीटा दी टी दी लिमिट्स बच गई 0 तो 90, साइन टी की पावर कितना आ गया 2m माइनस 1। उस तो बाद आ की पे बाहर 1/2 की पावर 2m माइनस 1, 0 तो 90, साइन की पावर कितना 2m माइनस 1, कॉस की पावर च अपने 0 लिख लिया अपने को। हुण इहदे ते आपां मेक इट इन द फॉर्म ऑफ आर्टिकल 7, एक आर्टिकल 7 अज ही आपां उपर डिस्कस किया कि साइन की पावर हो 2m माइनस 1 इनू पी मान लेना, कॉस की पावर च हो थीटा इनू सारे क्यू मान लेना, पावर नू क्यू मान लेना। तो ये बचिया सीगा अपने कोले पहला तो पी प्लस 1/2 का गामा, सो आ पी सी पी प्लस 1/2 का गामा, आ क्यू आ क्यू दे विच 0 प्लस 1/2 का गामा आ गया, नीचे दोनों के प्लस का गामा अज ही अपने आर्टिकल 7 किया तो उपर। तो देखो ये की बच रहा, आ वाला जिहड़ा 1 नाल 1 कैंसल हो जू, 2m/2 2 नाल 2 कैंसल हो के m का गामा बच गया, आ वाला 1/2 का गामा बच गया, नीचे आ 1 नाल 1 कैंसल 2 नाल 2 कैंसल m बचूगा, इत्थे 1/2 बचूगा। हुण आपां लगावांगे रिलेशन बिटवीन बीटा एंड गामा फंक्शन। लैफ्ट हैंड साइड ते सीगा अपने कोले बीटा m, इत्थे की आ गया m का गामा, फिर m का गामा, नीचे दोनों के प्लस m का गामा। राइट हैंड साइड से की 1/2 की पावर 2m माइनस 1, आ एक बारी गामा m नाल कैंसल हो जाऊगा। इधर की बच गया गामा की पावर, गामा दे विच 1/2 आ, ये आपां ने कल कीता सी, अंडर रूट पाई के बराबर बचिया सी। नीचे की है गामा m प्लस 1/2, हुण आ गामा m प्लस 1/2 इधर जाके मल्टीप्लाई हो जाऊगा, m दे नाल कितना आ गया, हले फिलहाल इन्होंने इत्थे ही रखिया, आ m ते m कितना आ गया 2m का गामा आ गया, अंडर रूट पाई के नीचे कितना पिया 2 की पावर 2m माइनस 1, 1 के नीचे कितना m प्लस हाफ का गामा। हुण इनू क्रॉस मल्टीप्लाई कर लिया, ये उधर जाके कितना आ गया m गामा दे नाल m प्लस हाफ का गामा, आ 2m का गामा इधर आके मल्टीप्लाई हो गया, अंडर रूट पाई दे नाल 2m का गामा, नीचे कितना पिया 2 की पावर 2m माइनस 1। यही सी अपना डुप्लीकेशन फार्मूला। ठीक है, डुप्लीकेशन फार्मूला की वीडियो एक बार दोबारा समझ लो, कित्थे किहड़ी ट्रांसफॉर्मेशन यूज की गई है, क्यों की गई है, सारे रीजनस मैं एक्सप्लेन करे ने। डुप्लीकेशन फार्मूला के पेपर च आने के काफ़ी चांसिस ने, रिलेशन बिटवीन बीटा एंड गामा फंक्शन के काफ़ी चांसिस ने, बीटा फंक्शन या प्रॉपर्टीज के काफ़ी चांसिस ने। ठीक है, अंडर रूट पाई आ जिहड़ा गामा 1/2 के बराबर हुंदा, उहदे आउण दे काफ़ी चांसिस ने। इस चैप्टर दे विचों एक लॉन्ग क्वेश्चन तो डेफिनेटली आएगा ही आएगा, कई बारी 2 भी आ जाते हैं। हुण उस तो बाद कुछ नोट दिते हुए ने, मैं इंपॉर्टेंट रिमार्क लिखे हुए ने। नाउ इन सॉल्विंग द प्रॉब्लम्स ऑफ रिलेशन relating to gamma function, we have to check the given problem and either we have to use suitable transformation to make it in the accurate form of gamma function, then solve। या तो किसी प्रॉब्लम दे विच कोई ना कोई ट्रांसफॉर्मेशन यूज करनी पऊगी ताकि गामा फंक्शन की फॉर्म च आ जाए, वो बाद च सॉल्व करांगे, या फिर we have to use suitable transformation to make given problem in the form of particle property of beta और gamma function। या तो कोई सम सीधी सीधी बीटा फंक्शन वर्गी बन जूगी, या सीधी सीधी गामा फंक्शन वाली बन जूगी, या इन्हों के किसी प्रॉपर्टी के वर्गी बन जूगी। इदां दा काम आपां ने करना है। यूज रिजल्ट्स ऑफ प्रॉपर्टीज वी कैन सॉल्व द गिवन प्रॉब्लम। फॉर एग्जाम्पल तो जिमें आ चीज़ आ गई अपने को कि एन का गामा जी ये बराबर शो करो, तो आप राइट हैंड साइड पिक कर ली, के की पावर एन इनू इदा ही रख लिया, 0 तो इनफिनिटी तक लिमिट्स ने, एक्स की पावर च हो गया एन माइनस 1, ई की पावर च कितना आ माइनस के एक्स आ। अज का लैक्चर जो मैं स्टार्ट कराया उदों ही तुहानूं दसता सीगा कि गामा फंक्शन दे विच ई की पावर च माइनस ऑफ सिंगल वेरीएबल होना चाहिए, इत्थे सिंगल वेरीएबल नहीं हैगा, तो के एक्स नूं आपां ने सिंगल वेरीएबल टी मान लिया। इत्थे पुराना वेरीएबल किहड़ा आ एक्स है, नवा वेरीएबल किहड़ा आ टी है। एक्स की वैल्यू कढ़ ली, टी ओवर के आ गई, डी एक्स की वैल्यू कढ़ ली, डी टी ओवर के आ गई। पुरानी लोअर लिमिट 0 इत्थे मल्टीप्लाई करांगे, टी की नवीं लोअर लिमिट भी 0 आ गई। पुरानी अपर लिमिट 1 है, जो के नूं इत्थे टी नूं इत्थे 1 पुट कीता तां सॉरी इनफिनिटी सीगी, पुरानी अपर लिमिट एक्स की इनफिनिटी आ,
ਤਾਂ ਇੱਥੇ ਪੁੱਟ ਕਰਾਂਗੇ t ਦੀ ਨਵੀਂ ਅਪਰ ਲਿਮਿਟ ਵੀ ਕਿੰਨੀ ਆ ਗਈ, ਇਨਫਿਨਿਟੀ ਆ ਗਈ। ਹੁਣ ਆ ਇਕੁਏਸ਼ਨ ਨੰਬਰ 1 ਦੇਖਦੇ ਹਾਂ ਕਿੱਦਾਂ ਦੀ ਬਣਦੀ ਹੈ। ਇਕੁਏਸ਼ਨ ਨੰਬਰ 1 ਦੀ ਰਾਈਟ ਹੈਂਡ ਸਾਈਡ 'ਚ ਕੀ ਸੀਗਾ, k ਦੀ ਪਾਵਰ n, t ਦੀਆਂ ਲਿਮਿਟਸ ਆ ਗਈਆਂ 0 ਤੋਂ 90। ਪਹਿਲਾਂ ਸੀਗਾ x ਦੀ ਪਾਵਰ ਦੇ ਵਿੱਚ n-1, ਹੁਣ ਆ ਗਿਆ t ਓਵਰ k ਦੀ ਪਾਵਰ ਦੇ ਵਿੱਚ n-1। e ਦੀ ਪਾਵਰ 'ਚ ਮਾਈਨਸ ਦਾ ਸਿੰਗਲ ਵੇਰੀਏਬਲ t ਬਣ ਗਿਆ ਅਤੇ dx ਦੀ ਵੈਲਿਊ ਕੱਢ ਲਈ dt ਓਵਰ k। ਹੁਣ ਇੱਥੇ t ਦੀ ਪਾਵਰ ਵੀ n-1 ਆ ਗਿਆ, k ਦੀ ਪਾਵਰ ਵੀ n-1 ਆ ਗਿਆ, e ਦੀ ਪਾਵਰ 'ਚ ਮਾਈਨਸ t ਰਹਿ ਗਿਆ, dt ਓਵਰ k ਰਹਿ ਗਿਆ। ਆ k ਦੇ ਨਾਲ k ਦੀ ਪਾਵਰ n-1 ਕਿੰਨਾ ਬਣ ਜਾਊਗਾ, k ਦੀ ਪਾਵਰ n, ਜਿਹੜਾ ਕਿ ਬਾਹਰ ਆ ਗਿਆ ਇਹਦੇ ਨਾਲ ਕੈਂਸਲ ਹੋ ਗਿਆ। k ਦੀ ਪਾਵਰ n ਨਾਲ k ਦੀ ਪਾਵਰ n ਕੈਂਸਲ ਹੋ ਗਿਆ। 0 ਤੋਂ t ਤੱਕ ਲਿਮਿਟਸ ਨੇ, t ਦੀ ਪਾਵਰ 'ਚ ਕਿੰਨਾ ਬਚ ਗਿਆ n-1, e ਦੀ ਪਾਵਰ 'ਚ ਮਾਈਨਸ t ਬਚ ਗਿਆ। ਇਹ ਕਿਹਦੇ ਬਰਾਬਰ ਬਚ ਗਿਆ, ਗਾਮਾ n ਦੇ। ਇੱਥੇ t ਨਹੀਂ ਹੈਗਾ, ਆ ਗਲਤ ਲਿਖਿਆ ਹੋਇਆ, ਇੱਥੇ ਇਨਫਿਨਿਟੀ ਹੈ, ਆ ਇਨਫਿਨਿਟੀ ਹੈ। 0 ਤੋਂ ਇਨਫਿਨਿਟੀ ਤੱਕ ਲਿਮਿਟਸ ਨੇ, t ਦੀ ਪਾਵਰ 'ਚ n-1, e ਦੀ ਪਾਵਰ 'ਚ ਮਾਈਨਸ t, ਤਾਂ ਇਹ ਕਿੰਨਾ ਆ ਗਿਆ, ਗਾਮਾ n। ਇਹੀ ਆਪਣਾ ਐਗਜ਼ਾਮਪਲ ਸੀਗੀ। ਦੂਸਰੀ ਐਗਜ਼ਾਮਪਲ ਆ ਗਈ, ਇਹਦੇ ਵਿੱਚ ਵੀ ਗਾਮਾ n ਤੁਸੀਂ ਇਹਦੇ ਬਰਾਬਰ ਸ਼ੋਅ ਕਰਨਾ ਆ, ਤਾਂ ਕੋਈ ਇਸ਼ੂ ਨਹੀਂ। ਆ ਰਾਈਟ ਹੈਂਡ ਸਾਈਡ ਪਿਕ ਕਰ ਲੈਂਦੇ ਆ। ਹੁਣ ਇੱਥੇ ਦੇਖੋ ਧਿਆਨ ਦੇ ਨਾਲ, e ਦੀ ਪਾਵਰ ਦੇ ਵਿੱਚ ਆ ਸਾਰਾ ਮੈਟਰ ਪਿਆ, ਇਹਦੀ ਜਗ੍ਹਾ ਤੇ ਆਪਾਂ ਨੂੰ ਸਿੰਗਲ ਵੇਰੀਏਬਲ ਚਾਹੀਦਾ, ਤਾਂ ਆਪਾਂ ਇਸ ਪੂਰੇ ਦੀ ਜਗ੍ਹਾ ਤੇ x ਇੰਟੂ x ਦੀ ਪਾਵਰ 1 ਓਵਰ n-1 ਦੀ ਜਗ੍ਹਾ ਤੇ t ਪੁੱਟ ਕਰਕੇ ਸੋਲਵ ਕਰ ਲੈਣਾ। ਤੁਸੀਂ ਕਰ ਸਕਦੇ ਹੋ, ਸੌਖਾ ਜਿਹਾ ਕੰਮ ਆ। ਮੈਂ ਤਾਂ ਇਹ ਮੰਨਦਾ ਵੀ ਜਦੋਂ ਤੁਹਾਨੂੰ ਟਰਾਂਸਫੋਰਮੇਸ਼ਨ ਪਤਾ ਲੱਗ ਗਈ ਕਿ ਕੀ ਚੀਜ਼ ਪੁੱਟ ਕਰਨੀ ਆ ਤੇ ਕਿਉਂ ਕਰਨੀ ਆ, ਅੱਧਾ ਸਮ ਤਾਂ ਤੁਹਾਡਾ ਹੋ ਗਿਆ। ਬਾਕੀ ਤਾਂ +1 +2 ਲੈਵਲ ਦਾ ਕੰਮ ਰਹਿ ਗਿਆ। ਅੱਜ ਯਾਰ ਫੇਰ ਇਹਨਾਂ ਨੇ ਢੋਲ ਜਿਹਾ ਚੱਕ ਲਿਆ। ਤੀਸਰੀ ਐਗਜ਼ਾਮਪਲ ਦੇਖੋ ਕੀ ਆ, 0 ਤੋਂ ਇਨਫਿਨਿਟੀ 3 ਦੀ ਪਾਵਰ 'ਚ -4x² ਪਿਆ। ਹੁਣ ਇਹਦੇ ਬਾਰੇ ਦੇਖੋ ਕੀ ਆ, ਫਰੋਮ ਲਿਮਿਟਸ ਐਂਡ ਇੰਟੈਗਰੈਂਡ ਇਨ ਦਿਸ ਇਨ ਟਰਮਸ ਆਫ ਗਾਮਾ ਫੰਕਸ਼ਨ। ਕਿਉਂਕਿ ਆ 0 ਤੋਂ ਇਨਫਿਨਿਟੀ ਤਾਂ ਗਾਮਾ ਦੀਆਂ ਲਿਮਿਟਸ ਹੁੰਦੀਆਂ ਨੇ, ਬੀਟਾ ਦੀਆਂ ਲਿਮਿਟਸ ਕਿੰਨੇ ਹੁੰਦੀਆਂ ਨੇ 0 ਤੋਂ 1 ਤੱਕ, ਕਨਸਟੈਂਟ ਲਿਮਿਟਸ ਹੁੰਦੀਆਂ ਨੇਗੀਆਂ, ਫਾਈਨਾਈਟ ਲਿਮਿਟਸ ਹੁੰਦੀਆਂ ਨੇਗੀਆਂ 0 ਤੋਂ 1 ਤੱਕ ਬੀਟਾ ਦੀਆਂ, 0 ਤੋਂ ਇਨਫਿਨਿਟੀ ਲਿਮਿਟਸ ਹੁੰਦੀਆਂ ਨੇ ਗਾਮਾ ਦੀਆਂ। So but here we need to introduce exponential function. We know that star ਕਿਹਦੇ ਬਰਾਬਰ ਹੁੰਦਾ, e ਦੀ ਪਾਵਰ log star ਦੇ। ਕੋਈ ਵੀ ਨੰਬਰ ਕਿਹਦੇ ਬਰਾਬਰ ਹੁੰਦਾ, e ਦੀ ਪਾਵਰ log of star ਦੇ, ਤਾਂ ਕਿ ਇਹਦੇ ਨਾਲ ਇਹ ਕੈਂਸਲ ਹੋ ਜਾਵੇ। ਫਿਰ ਆਪਾਂ ਨੇ ਕੰਮ ਕੀਤਾ, ਇਹਨੂੰ ਸਟਾਰ ਮੰਨ ਕੇ ਇਹਨੂੰ ਕੀ ਲਿਖ ਲਿਆ, e ਦੀ ਪਾਵਰ 'ਚ log of star। ਹੁਣ ਇਹਦੀ log 3 ਦੀ ਪਾਵਰ ਕਿੰਨੀ ਆ, -4x², ਇੱਥੇ ਅੱਗੇ ਆ ਜਾਊਗੀ, -4x² ਦੇ ਨਾਲ ਕਿੰਨਾ ਆ ਜਾਊਗਾ, log 3। ਹੁਣ ਆਪਾਂ ਨੇ ਮਾਈਨਸ ਨੂੰ ਛੱਡ ਕੇ ਆ ਜਿੰਨਾ ਵੀ ਸਾਰਾ ਮੈਟਰ ਪਿਆ ਇਹਦੀ ਜਗ੍ਹਾ ਤੇ ਸਿੰਗਲ ਵੇਰੀਏਬਲ ਮੰਨਣਾ ਹੈ, ਤਾਂ ਇਹਦੀ ਜਗ੍ਹਾ ਤੇ ਸਿੰਗਲ ਵੇਰੀਏਬਲ ਕੀ ਮੰਨ ਲਿਆ, t। ਇੱਥੇ ਦੱਸ ਦੋ ਪੁਰਾਣਾ ਵੇਰੀਏਬਲ x ਆ, ਨਵਾਂ ਵੇਰੀਏਬਲ t ਆ, ਤਾਂ dx ਦੀ ਵੈਲਿਊ ਕੱਢ ਲਾਂਗੇ, x² ਦਾ ਮਤਲਬ x ਦੀ ਵੈਲਿਊ ਕੱਢ ਲਾਂਗੇ, ਤਾਂ dx ਦੀ ਵੈਲਿਊ ਪਤਾ ਕਰ ਲਈ। ਉਸ ਤੋਂ ਬਾਅਦ ਲਿਮਿਟਸ ਦੀ ਗੱਲ ਕਰਦੇ ਆ, ਪੁਰਾਣੀ ਲੋਅਰ ਲਿਮਿਟ 0 ਹੈ, ਇਹਦੇ 'ਚ ਪੁੱਟ ਕਰਾਂਗੇ t ਦੀ ਨਵੀਂ ਲੋਅਰ ਲਿਮਿਟ ਵੀ 0 ਆ ਗਈ। ਪੁਰਾਣੀ ਅਪਰ ਲਿਮਿਟ ਇਨਫਿਨਿਟੀ ਹੈ, ਇੱਥੇ ਪੁੱਟ ਕਰਾਂਗੇ ਤਾਂ t ਦੀ ਨਵੀਂ ਅਪਰ ਲਿਮਿਟ ਵੀ ਕਿੰਨੀ ਆ ਗਈ, ਇਨਫਿਨਿਟੀ ਆ ਗਈ। ਤਾਂ ਹੁਣ ਆਪਣੀ ਇਕੁਏਸ਼ਨ ਦੀ ਰਾਈਟ ਹੈਂਡ ਸਾਈਡ ਆ ਜਿਹੜੀ ਕੀ ਆ ਗਈ, 0 ਤੋਂ ਇਨਫਿਨਿਟੀ ਤੱਕ t ਦੀਆਂ ਲਿਮਿਟਸ ਨੇ, e ਦੀ ਪਾਵਰ 'ਚ ਜੋ ਵੀ ਮੈਟਰ ਸੀ ਉਹਦੀ ਜਗ੍ਹਾ ਤੇ ਕਿੰਨਾ ਆ ਗਿਆ, t। ਆ dx ਦੀ ਵੈਲਿਊ ਆ ਗਈ। ਹੁਣ ਇਹਦੇ ਵਿੱਚੋਂ ਆ 4√log3 ਚਲਿਆ ਗਿਆ ਕਾਮਨ, ਕੀ ਬਚ ਗਿਆ, 0 ਤੋਂ ਇਨਫਿਨਿਟੀ ਤੱਕ ਲਿਮਿਟਸ, e ਦੀ ਪਾਵਰ 'ਚ -t, t ਦੀ ਪਾਵਰ 'ਚ ਕਿੰਨਾ ਆ ਗਿਆ, -1/2। ਇਹ ਗਾਮਾ ਫੰਕਸ਼ਨ ਦੀ ਫਾਰਮ 'ਚ ਬਣ ਗਿਆ। ਆ ਜਿੰਨੀ ਵੀ ਪਾਵਰ ਆ x ਦੀ ਜਾਂ t ਦੀ, ਇਹਦੀ ਜਗ੍ਹਾ ਤੇ 1 ਐਡ ਕਰਕੇ ਗਾਮਾ 'ਚ ਆ ਜਾਵਾਂਗੇ। ਲਓ ਜੀ, ਇਹਦੀ ਜਗ੍ਹਾ ਤੇ 1 ਐਡ ਕਰਕੇ ਗਾਮਾ 1/2 ਬਚ ਗਿਆ। ਗਾਮਾ 1/2 ਕਿਹਦੇ ਬਰਾਬਰ ਹੁੰਦਾ, √π ਦੇ। ਇਹੀ ਤੁਹਾਡਾ ਆਨਸਰ ਹੈ। ਸਿਰਫ ਤੁਹਾਨੂੰ ਟਰਾਂਸਫੋਰਮੇਸ਼ਨ ਸਮਝਣ ਦੀ ਲੋੜ ਪਈ ਆ ਵੀ ਟਰਾਂਸਫੋਰਮੇਸ਼ਨ ਕੀ ਪੁੱਟ ਕਰਨੀ ਆ। ਆ ਵੀ ਐਗਜ਼ਾਮਪਲ ਬਿਲਕੁਲ ਸੇਮ ਹੈ, ਤੁਸੀਂ ਖੁਦ ਕਰਨੀ ਆ। 0 ਤੋਂ ਇਨਫਿਨਿਟੀ ਤੱਕ ਲਿਮਿਟਸ ਨੇ, x ਦੀ ਪਾਵਰ n ਆ, e ਦੀ ਪਾਵਰ 'ਚ ਮਾਈਨਸ ਦੇ ਨਾਲ ਆ a²x² ਪਿਆ, ਤਾਂ ਤੁਸੀਂ a²x² ਦੀ ਜਗ੍ਹਾ ਤੇ ਕੋਈ ਸਿੰਗਲ ਵੇਰੀਏਬਲ t ਮੰਨਣਾ ਆ। ਇਹ ਤੋਂ ਬਾਅਦ ਸਾਰਾ ਸਮ ਸਹੀ ਦਿਸ਼ਾ ਦੇ ਵਿੱਚ ਜਾ ਕੇ ਸੋਲਵ ਹੋ ਜਾਏਗਾ। ਨੈਕਸਟ ਐਗਜ਼ਾਮਪਲ ਦੇਖੋ, 0 ਤੋਂ ਇਨਫਿਨਿਟੀ ਤੱਕ ਲਿਮਿਟਸ ਨੇ, 1/1 + y ਦੀ ਪਾਵਰ 4 ਹੈ।
क्यों ना आप 1 प्लस वाई स्केयर बना लीए, वाई स्केयर ਨੂੰ ਕੀ ਪੁੱਟ ਕਰ ਲਿਆ tan थीटा, तो y ਦੀ ਪਾਵਰ 4 ਕਿੰਨੀ ਆ ਜੂਗੀ tan स्केयर, ताकि 1 प्लस tan स्केयर ਕਿਹਦੇ ਬਰਾਬਰ ਆ ਜਾਵੇ secant स्केयर ਦੇ। फिर 1 ओवर secant स्केयर ਉੱਪਰ ਜਾ ਕੇ ਕੀ ਬਣ ਜਾਊਗਾ 1 ओवर secant cos ਚ ਚਲਿਆ ਜਾਊਗਾ। ਇਸ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਕਰ ਲਾਂਗੇ। ਇੱਕ ਵਾਰੀ cos ਆ ਗਿਆ, ਉਹਦੇ ਨਾਲ sin ਦੀ ਪਾਵਰ 0 ਤੁਸੀਂ ਖੁਦ ਮੰਨ ਹੀ ਲੈਣੀ ਆ। ਆ ਸਮ ਦੇਖੋ एग्जांपल नंबर 30 है बुक ਤੇ ਤੁਹਾਡੇ 0 ਤੋਂ ਇਨਫਿਨਿਟੀ e ਦੀ ਪਾਵਰ ਚ ਕਿੰਨਾ ਪਿਆ -a ਸਕੁਅਰ x ਸਕੁਅਰ ਇਦਾਂ ਲਿਖ ਲਓ। ਫਿਰ e ਦੀ ਪਾਵਰ ਚ ਮਾਈਨਸ ਦਾ b ਸਕੁਅਰ y ਸਕੁਅਰ ਲਿਖ ਲਓ। x ਵਾਲੇ ਦੇ ਨਾਲ x ਵਾਲਾ ਡਾਟਾ ਇੱਕ ਬ੍ਰੈਕਟ ਚ, ਆ y ਵਾਲੇ ਦੇ ਨਾਲ y ਵਾਲਾ ਡਾਟਾ ਦੂਜੀ ਬ੍ਰੈਕਟ ਚ। ਆ ਵੀ ਗਾਮਾ ਫੰਕਸ਼ਨ ਬਣ ਜਾਊਗਾ, ਆ ਵੀ ਗਾਮਾ ਫੰਕਸ਼ਨ ਬਣ ਜਾਊਗਾ। ਦੋ ਅਲੱਗ-ਅਲੱਗ ਗਾਮਾ ਫੰਕਸ਼ਨ ਬਣਾ ਕੇ ਆਨਸਰ ਆ ਜਾਊਗਾ। ਆ ਬਹੁਤ ਇੰਪੋਰਟੈਂਟ ਆਰਟੀਕਲ ਹੈ, ਸਾਰਾ ਮੈਂ ਕਰਵਾਉਣਾ। ਇਸ ਆਰਟੀਕਲ ਦੇ ਵਿੱਚ ਦੇਖੋ ਕੀ ਕਿਹਾ ਗਿਆ 2 ਦੀ ਪਾਵਰ n ਅਤੇ n ਪਲੱਸ ਹਾਫ ਦਾ ਗਾਮਾ ਆ। 2 ਦੀ ਪਾਵਰ n ਅਤੇ n ਪਲੱਸ ਹਾਫ ਦਾ ਗਾਮਾ ਇਹਦੇ ਇਕੁਅਲ ਬਚਦਾ 1 ਤੋਂ ਲੈ ਕੇ 2n ਮਾਈਨਸ 1 ਤੱਕ ਆਰਡਰ ਨੰਬਰਸ ਦੀ ਮਲਟੀਪਲਾਈ ਆ। 1 3 5 7 9 ਅਪ ਟੂ 2n ਮਾਈਨਸ 1 ਨਾਲ ਇਹਦੇ ਬਚਦਾ ਅੰਡਰ ਰੂਟ ਦੇ ਵਿੱਚ ਪਾਈ। So from the given statement we have to use the result of duplication formula, क्योंकि ਇਹੋ ਜਿਹਾ m plus ਹਾਫ ਦਾ ਗਾਮਾ ਕਿਹਦੇ ਚ ਆਇਆ ਸੀ ਡੁਪਲੀਕੇਸ਼ਨ ਫਾਰਮੂਲਾ ਚ ਆਇਆ ਸੀ। ਠੀਕ ਹੈ, ਤਾਂ ਆਪਾਂ ਇੱਥੇ ਡੁਪਲੀਕੇਸ਼ਨ ਫਾਰਮੂਲੇ ਦਾ ਰਿਜ਼ਲਟ ਲਗਾਵਾਂਗੇ। ਡੁਪਲੀਕੇਸ਼ਨ ਫਾਰਮੂਲੇ ਦਾ ਕੀ ਰਿਜ਼ਲਟ ਸੀਗਾ n ਦਾ ਗਾਮਾ n plus ਹਾਫ ਦਾ ਗਾਮਾ, ਰਾਈਟ ਸਾਈਡ ਤੇ ਸੀ ਅੰਡਰ ਰੂਟ ਪਾਈ 2n ਦਾ ਗਾਮਾ, ਨੀਚੇ 2 ਦੀ ਪਾਵਰ 2n ਮਾਈਨਸ 1 ਸੀ। ਇਹਨੂੰ ਤਾਂ ਆਪਾਂ ਇਦਾਂ ਹੀ ਲਿਖਦੇ ਆ n ਦਾ ਗਾਮਾ ਇੰਟੂ n ਪਲੱਸ ਹਾਫ ਦਾ ਗਾਮਾ ਅੰਡਰ ਰੂਟ ਪਾਈ ਦੇ ਨੀਚੇ ਕਿੰਨਾ ਪਿਆ 2n ਮਾਈਨਸ 1। ਆ ਜਿਹੜਾ 2n ਸੀਗਾ 2n ਦਾ ਗਾਮਾ ਸੀ ਇਹਨੂੰ ਓਪਨ ਕਰ ਲਿਆ, ਕਿਉਂਕਿ 2n ਦੇ ਲਈ ਆਹ ਰਿਜ਼ਲਟ ਲੱਗ ਜੂਗਾ ਨਾ। n ਦਾ ਗਾਮਾ ਕਿਹਦੇ ਬਰਾਬਰ ਸੀ n ਮਾਈਨਸ 1 ਦੇ ਫੈਕਟੋਰੀਅਲ ਦੇ ਬਰਾਬਰ ਸੀ। ਸੋ 2n ਦਾ ਗਾਮਾ ਕਿਹਦੇ ਬਰਾਬਰ ਬਚ ਗਿਆ 2n ਮਾਈਨਸ 1 ਦੇ ਫੈਕਟੋਰੀਅਲ ਦੇ। ਹੁਣ ਇਸ 2n ਮਾਈਨਸ 1 ਦੇ ਫੈਕਟੋਰੀਅਲ ਨੂੰ ਆਪਾਂ ਓਪਨ ਕਰਾਂਗੇ, ਬਾਕੀ ਦਾ ਮੈਟਰ ਇਦਾਂ ਹੀ ਰਹਿਣ ਦਾਂਗੇ। ਅੰਡਰ ਰੂਟ ਪਾਈ ਦੇ ਨੀਚੇ 2n ਮਾਈਨਸ 1 ਆ, ਇਹਨੂੰ ਓਪਨ ਕਰ ਲਾਂਗੇ 2n ਮਾਈਨਸ 1 2n ਮਾਈਨਸ 2 2n ਮਾਈਨਸ 3 2n ਮਾਈਨਸ 4 ਆਪਸ਼ਨ 4 3 2 1। ਇਹਦੇ ਵਿੱਚ ਈਵਨ ਵੀ ਨੇ ਔਡ ਵੀ ਨੇ। ਬਾਅਦ ਦੇ ਵਿੱਚ ਆਪਾਂ ਔਡ ਨੰਬਰਸ ਅਲੱਗ ਕੱਢ ਲਏ, ਈਵਨ ਨੰਬਰਸ ਅਲੱਗ ਕਰ ਲਏ। ਔਡ ਨੰਬਰਸ ਕਿਹੜੇ ਕਿਹੜੇ ਹੋ ਗਏ 2n ਮਾਈਨਸ 1 2n ਮਾਈਨਸ 3 3 ਅਤੇ 1। ਈਵਨ ਨੰਬਰਸ ਕਿਹੜੇ ਹੋ ਗਏ 2n ਮਾਈਨਸ 2 2n ਮਾਈਨਸ 4 4 ਅਤੇ 2। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ 2 ਕਾਮਨ ਆ ਰਿਹਾ। ਈਵਨ ਨੰਬਰਸ ਦੇ ਵਿੱਚ ਸਾਰਿਆਂ ਦੇ ਵਿੱਚੋਂ 2 ਕਾਮਨ ਆ ਰਿਹਾ। ਦੇਖੋ ਧਿਆਨ ਨਾਲ, ਆ ਜਿਹੜਾ ਸੀਗਾ ਆਪਣੇ ਕੋਲੇ 2n ਮਾਈਨਸ 2, ਇਹਦੇ ਵਿੱਚੋਂ 2 ਕਾਮਨ ਲੈ ਕੇ n ਮਾਈਨਸ 1 ਬਚ ਗਿਆ। ਅਸੀਂ 2n ਮਾਈਨਸ 4 ਚੋਂ 2 ਕਾਮਨ ਲੈ ਕੇ n ਮਾਈਨਸ 2 ਬਚ ਗਿਆ। ਇਸ 4 ਚੋਂ 2 ਕਾਮਨ ਲਵਾਂਗੇ 2 ਬਚੂਗਾ, 2 ਚੋਂ 2 ਕਾਮਨ ਲਵਾਂਗੇ 1 ਬਚੂ। ਸੋ ਇਹ ਕਿੰਨੀਆਂ ਟਰਮਸ ਨੇਗੀਆਂ n ਮਾਈਨਸ 1 ਟਰਮਸ ਨੇ, ਕਿਉਂਕਿ 1 2 ਤੋਂ ਲੈ ਕੇ n ਮਾਈਨਸ 1 ਤੱਕ ਆ। ਸੋ 2 ਕਿੰਨੀ ਵਾਰੀ ਕਾਮਨ ਆ ਗਿਆ 2 ਦੀ ਪਾਵਰ 2 ਦੀ ਪਾਵਰ ਕਿੰਨਾ ਆਊਗਾ n ਮਾਈਨਸ 1। ਤਾਂ ਬਾਕੀ ਦਾ ਮੈਟਰ ਉਵੇਂ ਹੀ ਆ ਲੈਫਟ ਹੈਂਡ ਸਾਈਡ ਆ ਰਾਈਟ ਹੈਂਡ ਸਾਈਡ ਦੀਆਂ ਟਰਮਸ ਨੇ। ਆ 2 ਦੀ ਪਾਵਰ n ਮਾਈਨਸ 1 ਕਾਮਨ ਆ, ਕਿਉਂਕਿ ਪਿੱਛੇ ਕੀ ਬਚ ਗਿਆ n ਮਾਈਨਸ 1 n ਮਾਈਨਸ 2 ਤੋਂ ਲੈ ਕੇ 1 ਤੱਕ ਦੀ ਮਲਟੀਪਲਾਈ। ਇਹਦੀ ਜਗ੍ਹਾ ਤੇ ਕੀ ਆ ਜਾਊਗਾ n ਮਾਈਨਸ 1 ਦਾ ਗਾਮਾ, ਕਿਉਂਕਿ n ਮਾਈਨਸ 1 ਤੋਂ ਸ਼ੁਰੂ ਹੋ ਰਿਹਾ। ਆ 2 ਦੀ ਪਾਵਰ n ਮਾਈਨਸ 1 ਇੱਥੇ ਆ ਕੇ ਐਡਜਸਟ ਹੋ ਗਈ। 2 ਦੀ ਪਾਵਰ n ਮਾਈਨਸ 1 ਪਹਿਲਾਂ ਹੀ ਸੀ, 2n ਮਾਈਨਸ 1 ਪਹਿਲਾਂ ਹੀ ਸੀ। ਆ n ਹੇਠਾਂ ਆ ਕੇ ਮਾਈਨਸ ਦਾ n, ਆ 1 ਹੇਠਾਂ ਆ ਕੇ ਪਲੱਸ ਦਾ 1, 1 ਨਾਲ 1 ਕੈਂਸਲ ਹੋ ਗਿਆ, 2n ਮਾਈਨਸ n ਕਰਕੇ 2 ਦੀ ਪਾਵਰ n ਬਚੂਗਾ। ਆ ਜਿਹੜੇ ਨੰਬਰ ਸੀਗੇ ਆਰਡ ਨੰਬਰਸ, ਇਹ ਰਿਵਰਸ ਕਰਕੇ ਲਿਖ ਲਏ, ਕੋਈ ਫਰਕ ਨਹੀਂ ਪੈਂਦਾ। 1 3 5 ਤੋਂ ਲੈ ਕੇ ਕਿੱਥੇ ਤੱਕ ਨੇ 2n ਮਾਈਨਸ 3 ਅਤੇ 2n ਮਾਈਨਸ 1 ਤੱਕ ਨੇ। ਇਹਦੀ ਜਗ੍ਹਾ ਤੇ ਕਿੰਨਾ ਆ ਗਿਆ ਆਪਣੇ ਕੋਲੇ n ਮਾਈਨਸ 1 ਦਾ ਫੈਕਟੋਰੀਅਲ। ਬਾਅਦ ਦੇ ਵਿੱਚ ਆ n ਗਾਮਾ ਨੂੰ ਆਪਾਂ ਨੇ ਓਪਨ ਕਰ ਲਿਆ n ਮਾਈਨਸ 1 ਦਾ ਫੈਕਟੋਰੀਅਲ। ਆ n ਮਾਈਨਸ 1 ਦਾ ਫੈਕਟੋਰੀਅਲ ਇਸ n ਮਾਈਨਸ 1 ਦੇ ਫੈਕਟੋਰੀਅਲ ਕੈਂਸਲ ਹੋ ਜਾਊਗਾ। ਇਧਰੋਂ ਜਿਹੜਾ ਸੀਗਾ 2 ਦੀ ਪਾਵਰ n ਇੱਧਰ ਆ ਕੇ ਮਲਟੀਪਲਾਈ ਹੋ ਕੇ 2 ਦੀ ਪਾਵਰ n ਦੇ ਨਾਲ n ਪਲੱਸ ਹਾਫ ਦਾ ਗਾਮਾ ਰਹਿ ਗਿਆ। ਰਾਈਟ ਹੈਂਡ ਸਾਈਡ ਤੇ ਕੀ ਆ ਅੰਡਰ ਰੂਟ ਪਾਈ ਦੇ ਨਾਲ ਕੀ ਨੇ ਔਡ ਨੰਬਰਸ ਨੇ। ਇਹੀ ਤੁਹਾਡਾ ਆਰਟੀਕਲ ਸੀਗਾ।
ਆ ਛੋਟੇ ਜਿਹੇ ਮੈਂ ਰਿਜ਼ਲਟ ਲਿਖੇ ਹੋਏ ਨੇ ਵੀ ਕਿਹੜੇ ਕਿਹੜੇ ਕਿਵੇਂ ਓਪਨ ਹੁੰਦੇ ਆ, ਇਹਨਾਂ ਦੀ ਲੋੜ ਪੈਂਦੀ ਆ। ਠੀਕ ਹੈ, ਇਹ ਮੈਂ ਗਰੁੱਪ 'ਚ ਭੇਜ ਦੂੰਗਾ ਤੁਹਾਨੂੰ, ਤੁਸੀਂ ਸੋਲਵ ਕਰ ਲਿਓ ਇਹਨਾਂ ਐਗਜ਼ਾਮਪਲਸ ਨੂੰ, ਕੋਈ ਖਾਸ ਔਖੀਆਂ ਨਹੀਂ ਹੈਗੀਆਂ। ਇੱਕ ਲੈਕਚਰ ਆਪਣਾ ਹੋਰ ਲੱਗੂਗਾ ਇਹਦੇ ਤੇ। ਅੱਜ ਕਿੰਨਾ ਟਾਈਮ ਹੋ ਗਿਆ? 11:15 ਹੋ ਗਏ। ਇੱਕ ਲੈਕਚਰ ਹੋਰ ਲੱਗੂਗਾ ਜਿਹਦੇ ਵਿੱਚ ਆਪਾਂ ਕਨਵਰਜੈਂਸ ਆਫ ਬੀਟਾ ਫੰਕਸ਼ਨ ਵਗੈਰਾ ਪੜਾਂਗੇ। ਇਹ ਆਪਣੀ ਬੁੱਕ 'ਚ ਨਹੀਂ ਦਿੱਤਾ ਹੋਇਆ, ਨਹੀਂ ਕਰਨਾ ਤਾਂ ਵੀ ਕੰਮ ਚੱਲ ਜਾਊਗਾ, ਜੇ ਕਰਨਾ ਆ ਮੈਂ ਕਰਵਾ ਵੀ ਦਊਗਾ। ਕਨਵਰਜੈਂਸ ਆਫ ਬੀਟਾ ਫੰਕਸ਼ਨ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਕਨਵਰਜੈਂਟ ਐਟ 1 ਹੋ ਗਿਆ। ਦਾ ਬੀਟਾ ਫੰਕਸ਼ਨ ਐਜ਼ ਐਨ ਐਕਸਟੈਂਸ਼ਨ ਆਫ ਬਾਇਨੋਮੀਅਲ ਕੋਫੀਸ਼ੀਐਂਟ ਹੋ ਗਿਆ, ਕਿ ਬਾਇਨੋਮੀਅਲ ਕੋਫੀਸ਼ੀਐਂਟ ਦੀ ਐਕਸਟੈਂਸ਼ਨ ਕਰਨ ਤੇ ਬੀਟਾ ਫੰਕਸ਼ਨ ਪ੍ਰਾਪਤ ਹੋਇਆ। 3 ਥਿਊਰਮਸ ਹੋ ਗਈਆਂ। ਚੌਥੀ ਆ ਗਈ ਫੋਲੋਇੰਗ ਫੈਕਟੋਰੀਅਲ ਦੀ, ਗਾਮਾ ਫੰਕਸ਼ਨ ਇਜ਼ ਐਕਸਟੈਂਸ਼ਨ ਆਫ ਫੈਕਟੋਰੀਅਲ। ਚਾਰ ਆਰਟੀਕਲ ਹੋ ਗਏ। ਪੰਜਵਾਂ ਆ ਗਿਆ ਕਨਵਰਜੈਂਸ ਆਫ ਗਾਮਾ ਫੰਕਸ਼ਨ 5। ਛੇਵਾਂ ਆ ਗਿਆ ਲੈਮਾ 2, n ਕੋਈ ਨੈਚੁਰਲ ਨੰਬਰ ਆ ਤਾਂ ਇਦਾਂ ਦਾ ਨੰਬਰ ਦੀ ਲਿਮਿਟ 0 ਬਚਦੀ ਹੈ 6। ਬਸ ਜੀ 5-6 ਥਿਓਰਮਸ ਰਹਿ ਗਈਆਂ, ਆਈਆਂ ਤਾਂ ਕਦੇ ਹੋਈਆਂ ਨਹੀਂ ਪੇਪਰਾਂ 'ਚ, ਪਰ ਫਿਰ ਵੀ ਮੈਂ ਕਰਵਾ ਦਿੰਦਾ ਉਹਨਾਂ ਬੱਚਿਆਂ ਨੂੰ। ਤੁਸੀਂ ਦੱਸੋ ਕਰਨੀਆਂ ने या नहीं करनियां ने, मैनू पहला ही दस दो। या तो ऐसा करते हैं पहले नेक्स्ट चैप्टर्स कवर कर लेते हैं, एग्जाम्स के बाद में टाइम बचा तो ये कर लेंगे। क्लोज कर दो।